Hello, dear students, good morning. How are you? Before starting off every assignment, we are talking a pledge. You may speak with me in loud voice. Pledge. I, Satwinder Kaur, committed to be vigilant and bear in mind at all our times to risk to myself and my colleagues from COVID-19. I promise to take unnecessary precautions that prevent the spread of this deadly virus. I promise to follow and encourage others to follow the key COVID appropriate behaviors to always wear a mask, face cover, especially when in public places, to maintain a minimum distance of 6 feet from others, to wash my hands frequently and thoroughly with soap and water. Together we will win this fight against COVID-19. 7th grade ਪੰਜਾਬੀ ਵਿਆਕਰਣ ਭਾਗ। ਬੱਚਿਓ ਅੱਜ ਦਾ ਤੁਹਾਡਾ ਟੌਪਿਕ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ। ਆਓ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪੜ੍ਹਦੇ ਹਾਂ। ਜਾਣ ਪਛਾਣ। ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ। ਆਪ ਨੇ ਸਿੱਖ ਧਰਮ ਚਲਾਇਆ, ਇਸ ਲਈ ਆਪ ਸਿੱਖਾਂ ਦੇ ਕਹਿੰਦੇ ਪਹਿਲੇ ਗੁਰੂ ਅਖਵਾਏ ਸਨ। ਜਨਮ ਅਤੇ ਬਚਪਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਰਾਏਭੋਏ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰਾ ਜੋ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ ਉਹਨਾਂ ਦਾ ਜਨਮ ਹੋਇਆ। ਇਸ ਸਥਾਨ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਵੀ ਆਖਦੇ ਹਨ। ਆਪ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਦਾ ਨਾਮ ਕੀ ਸੀ? ਤ੍ਰਿਪਤਾ ਸੀ। ਆਪ ਜੀ ਦੀ ਕਹਿੰਦੇ ਇੱਕ ਵੱਡੀ ਭੈਣ ਬੀਬੀ ਨਾਨਕੀ ਵੀ ਸੀ। ਅੱਗੇ ਵਿੱਦਿਆ ਪ੍ਰਾਪਤੀ। ਜਦੋਂ ਆਪ 7 ਸਾਲਾਂ ਦੇ ਹੋਏ ਤਾਂ ਆਪ ਨੂੰ ਪੰਡਤ ਕੋਲ ਪੜ੍ਹਨ ਲਈ ਭੇਜਿਆ ਗਿਆ। ਆਪ ਨੇ ਪੰਡਤ ਨਾਲ ਕੁਝ ਅਜਿਹੇ ਸਵਾਲ ਜਵਾਬ ਕੀਤੇ ਕਿ ਪੰਡਤ ਲਾਜਵਾਬ ਹੋ ਗਿਆ। ਉਹ ਆਪ ਜੀ ਦੀ ਵਿਵਸਥਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਠੀਕ ਹੈ, ਕਿਉਂਕਿ ਆਪ ਜੀ ਦਾ ਕਹਿੰਦੇ ਜਿਹੜਾ ਮਨ ਸੀਗਾ ਉਹ ਦੁਨੀਆਦਾਰੀ ਦੇ ਕੰਮਾਂ ਕਾਰਾਂ ਵਿੱਚ ਘੱਟ ਲੱਗਦਾ ਸੀ, ਕਿਉਂਕਿ ਆਪ ਕੀ ਆ ਪ੍ਰਭੂ ਭਗਤੀ ਵਿੱਚ ਹਮੇਸ਼ਾ ਹੀ ਲੀਨ ਰਹਿੰਦੇ ਸਨ। ਮੱਝਾਂ ਚਰਾਉਣੀਆਂ। ਆਪ ਬਚਪਨ ਤੋਂ ਹੀ ਕਾਫੀ ਹੋਣਹਾਰ ਅਤੇ ਗੰਭੀਰ ਸੁਭਾਅ ਦੇ ਮਾਲਕ ਸਨ। ਆਪ ਹਰ ਸਮੇਂ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ। ਪਿਤਾ ਜੀ ਨੇ ਆਪ ਦਾ ਮਨ ਪੜ੍ਹਾਈ ਵਿੱਚ ਨਾ ਲੱਗਦਿਆਂ ਵੇਖ ਕੇ ਮੱਝਾਂ ਚਰਾਉਣ ਲਈ ਆਪ ਨੂੰ ਭੇਜਿਆ। ਆਪ ਖੁਦ ਪ੍ਰਭੂ ਭਗਤੀ ਵਿੱਚ ਲੀਨ ਰਹਿਣ ਲੱਗੇ ਅਤੇ ਮੱਝਾਂ ਜਿਹੜੀਆਂ ਸੀਗੀਆਂ ਦੂਸਰਿਆਂ ਦੇ ਖੇਤਾਂ ਵਿੱਚ ਜਾ ਵੜਦੀਆਂ। ਇੱਥੋਂ ਵੀ ਆਪ ਨੂੰ ਬਹੁਤ ਜ਼ਿਆਦਾ ਉਲਾਂਭੇ ਮਿਲੇ, ਭਾਵ ਕਿ ਆਪ ਤੇ ਹਮੇਸ਼ਾ ਹੀ ਘਰੋਂ ਝਿੜਕਾਂ ਪੈਂਦੀਆਂ ਰਹਿੰਦੀਆਂ ਸਨ। ਸੱਚਾ ਸੌਦਾ ਕਰਨਾ। ਇੱਕ ਦਿਨ ਆਪ ਦੇ ਪਿਤਾ ਨੇ ਆਪ ਨੂੰ 20 ਰੁਪਏ ਦੇ ਕੇ ਕੋਈ ਸੱਚਾ ਵਪਾਰ ਕਰਨ ਲਈ ਭੇਜਿਆ। ਆਪ 20 ਰੁਪਏ ਲੈ ਕੇ ਸ਼ਹਿਰ ਨੂੰ ਚਲੇ ਗਏ। ਰਸਤੇ ਵਿੱਚ ਆਪ ਜੀ ਨੂੰ ਕੁਝ ਭੁੱਖੇ ਸਾਧੂ ਮਿਲੇ। ਆਪ ਨੇ ਉਹਨਾਂ 20 ਰੁਪਇਆਂ ਦਾ ਰਾਸ਼ਨ ਲਿਆ ਕੇ ਭੁੱਖੇ ਸਾਧੂਆਂ ਨੂੰ ਖਵਾ ਦਿੱਤਾ। ਜਦੋਂ ਆਪ ਖਾਲੀ ਹੱਥ ਘਰ ਪਰਤੇ ਤਾਂ ਆਪ ਦੇ ਪਿਤਾ ਦੇ ਪੁੱਛਣੇ ਆਪ ਨੇ ਜਵਾਬ ਦਿੱਤਾ ਕਿ ਆਪ ਇੱਕ ਸੱਚਾ ਸੌਦਾ ਕੀਏ ਕਰਕੇ ਆਏ ਹਨ। ਇਸ ਤੇ ਆਪ ਦੇ ਪਿਤਾ ਜੀ ਆਪ ਨਾਲ ਬਹੁਤ ਹੀ ਜ਼ਿਆਦਾ ਨਾਰਾਜ਼ ਹੋਏ। ਸੁਲਤਾਨਪੁਰ ਲੋਧੀ ਵਿਖੇ ਜਾਣਾ। ਇਸ ਤੋਂ ਬਾਅਦ ਆਪ ਆਪਣੀ ਭੈਣ ਬੇਬੇ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਆ ਗਏ। ਇੱਥੇ ਆਪ ਨੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਕਹਿੰਦੀ ਨੌਕਰੀ ਕੀਤੀ। ਆਪ ਅਨਾਜ ਤੋਲਣ ਦੀ ਨੌਕਰੀ ਕਰਦੇ ਸਨ। ਆਪ ਨੇ ਪ੍ਰਭੂ ਦੇ ਨਾਮ ਤੇ 13 ਕਹਿ ਕੇ ਲੋਕਾਂ ਵਿੱਚ ਕਹਿੰਦੇ ਖੂਬ ਅਨਾਜ ਵੰਡਿਆ, ਭਾਵ ਕਿ ਨਾ ਆਪ ਕਿਲੋ ਦੇ ਹਿਸਾਬ ਨਾਲ ਵੇਚਦੇ ਸਨ, ਨਾ ਆਪ ਅੱਧੋ ਕਿਲੋ ਦੇ ਹਿਸਾਬ ਨਾਲ। ਠੀਕ ਹੈ, ਸਿਰਫ ਉਹ ਜੋ ਵੀ ਕਿਸੇ ਨੂੰ ਜੋ ਵੀ ਚੀਜ਼ ਦਿੰਦੇ ਸੀ ਸਿਰਫ ਉਹ 13 ਕਰਕੇ ਹੀ ਅਨਾਜ ਵੰਡਦੇ ਸਨ। ਆਪ ਜੀ ਦੀ ਫਿਰ ਸ਼ਿਕਾਇਤ ਨਵਾਬ ਕੋਲ ਹੋ ਗਈ। ਜਦੋਂ ਨਵਾਬ ਨੇ ਆਪ ਦੇ ਹਿਸਾਬ ਕਿਤਾਬ ਦੀ ਜਾਂਚ ਕੀਤੀ ਤਾਂ ਕਹਿੰਦੇ ਜਿਹੜਾ ਉਹ ਹਿਸਾਬ ਕਿਤਾਬ ਸੀ ਪੂਰਾ ਨਿਕਲਿਆ। ਇਸ ਤੇ ਆਪ ਜੀ ਨੇ ਫਿਰ ਕਹਿੰਦੇ ਨੌਕਰੀ ਛੱਡ ਦਿੱਤੀ। ਵਿਆਹ ਤੇ ਬੱਚੇ। ਆਪ ਦਾ ਵਿਆਹ ਬੀਬੀ ਸੁਲੱਖਣੀ ਜੀ ਨਾਲ ਹੋਇਆ। ਆਪ ਦੇ ਘਰ 2 ਪੁੱਤਰ ਦੇ ਪੈਦਾ ਹੋਏ। ਪਹਿਲਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਦੇ ਰੂਪ ਵਿੱਚ ਪੈਦਾ ਹੋਏ। ਵੇਈ ਨਦੀ ਵਿੱਚ ਇਸ਼ਨਾਨ ਕਰਨਾ। ਇੱਕ ਵਾਰ ਆਪ ਵੇਈ ਨਦੀ ਵਿੱਚ ਨਹਾਉਣ ਗਏ ਤੇ 3 ਦਿਨ ਅਲੋਪ ਰਹੇ। ਜਦੋਂ ਆਪ ਬਾਹਰ ਆਏ ਤਾਂ ਆਪ ਨੂੰ ਕਹਿੰਦੇ ਗਿਆਨ ਹੋ ਚੁੱਕਾ ਸੀ। ਆਪ ਨੂੰ ਪ੍ਰਮਾਤਮਾ ਵੱਲੋਂ ਲੋਕਾਂ ਦੇ ਕਲਿਆਣ ਦਾ ਸੁਨੇਹਾ ਮਿਲ ਚੁੱਕਾ ਸੀ। ਉਦਾਸੀਆਂ ਕਰਨਾ। ਇੱਕ ਦਿਨ ਆਪ ਸਾਰੇ ਦੁਨਿਆਵੀ ਧੰਦੇ ਛੱਡ ਕੇ ਲੋਕ ਕਲਿਆਣ ਲਈ ਨਿਕਲ ਪਏ। ਆਪ ਨੇ 4 ਉਦਾਸੀਆਂ ਕੀਤੀਆਂ। ਇਹਨਾਂ ਉਦਾਸੀਆਂ ਦੌਰਾਨ ਆਪ ਨੇ ਲੋਕਾਂ ਨੂੰ ਗਿਆਨ ਦਾ ਪ੍ਰਕਾਸ਼ ਵੰਡਿਆ, ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ, ਉਹਨਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ। ਇਸ ਦੌਰਾਨ ਆਪ ਨੇ ਬਹੁਤ ਸਾਰੀ ਬਾਣੀ ਵੀ ਰਚੀ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਠੀਕ ਹੈ, ਜਦੋਂ ਉਹਨਾਂ ਨੇ ਉਦਾਸੀਆਂ ਕੀਤੀਆਂ ਸੀ, ਉਦਾਸੀਆਂ ਵਿੱਚ ਲੋਕਾਂ ਨੂੰ ਸਿੱਧੇ ਰਾਹ ਪਾਇਆ ਸੀ। ਠੀਕ ਹੈ, ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਤੇ ਉਹਨਾਂ ਨੂੰ ਸੱਚੀ ਕਿਰਤ ਕਮਾਈ ਕਰਨਾ, ਨਾਮ ਜਪਣਾ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਸੀ। ਅੰਤ ਦੇ ਵਿੱਚ ਜੋਤੀ ਜੋਤ ਸਮਾਉਣਾ। ਆਪ 1539 ਈਸਵੀ ਨੂੰ ਰਾਏਭੋਏ
ਆਪ 1539 ਈਸਵੀ ਨੂੰ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖਸ਼ ਕੇ ਕਹਿੰਦੇ ਜੋਤੀ ਜੋਤ ਸਮਾ ਗਏ। ਭਾਈ ਲਹਿਣਾ ਜੀ ਫਿਰ ਗੁਰੂ ਅੰਗਦ ਦੇ ਨਾਮ ਨਾਲ ਕੀ ਹੈ ਪ੍ਰਸਿੱਧ ਹੋਏ। ਬੱਚੇ ਤੁਹਾਡਾ ਨੈਕਸਟ ਟੌਪਿਕ ਹੈ ਕਿਰਿਆ ਵਿਸ਼ੇਸ਼ਣ। ਅਸੀਂ ਵਿਸ਼ੇਸ਼ਣ ਨਾਲ ਸੰਬੰਧਿਤ ਪਾਠ ਵਿੱਚ ਦੱਸਿਆ ਗਿਆ ਹੈ ਕਹਿੰਦੇ ਕੁਝ ਸ਼ਬਦ ਜਿਵੇਂ ਨਾਮ ਜਾਂ ਪੜਨਾਮ ਦੀ ਜਿਹੜੇ ਵਿਸ਼ੇਸ਼ਤਾ ਦਰਸਾਉਂਦੇ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ। ਕਹਿੰਦੇ ਕੁਝ ਸ਼ਬਦ ਕਿਰਿਆ ਦੇ ਜਿਵੇਂ ਕੰਮ ਕਰਨ ਦਾ ਸਮਾਂ ਢੰਗ ਕਾਰਨ ਸਥਾਨ ਆਦਿ ਦੱਸ ਕੇ ਉਹਨਾਂ ਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰਦੇ ਹਨ। ਉਸ ਨੂੰ ਅਸੀਂ ਵਿਆਕਰਣ ਵਿੱਚ ਕੀ ਕਹਿੰਦੇ ਹਾਂ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ। ਦੇਖੋ ਜਿਵੇਂ ਕਿ ਅਸੀਂ ਫਿਲਮ ਦੇਖਣ ਰਾਤੀ ਜਾਵਾਂਗੇ, ਬੁੱਢੀ ਮਾਂ ਹੌਲੀ ਹੌਲੀ ਤੁਰ ਰਹੀ ਹੈ, ਸਹਿਵਾਗ ਨੇ ਪਾਕਿਸਤਾਨ ਦੇ ਖਿਲਾਫ ਤੀਜਾ ਸੈਂਕੜਾ ਮਾਰਿਆ, ਉਹ ਫੇਲ ਹੋ ਗਿਆ ਕਿਉਂਕਿ ਉਹ ਬਿਮਾਰ ਸੀ। ਜਿਵੇਂ ਤੁਹਾਨੂੰ ਚਾਰੋਂ ਪਿਕਚਰਸ ਦਿੱਤੀਆਂ ਹੋਈਆਂ ਇਹਨਾਂ ਦੇ ਵਿੱਚ ਕੋਈ ਵੀ ਕੀ ਹੈ ਕਹਿੰਦੇ ਕਿਰਿਆ ਹੋ ਰਹੀ ਹੈ ਅਤੇ ਉਸ ਦੀ ਵਿਸ਼ੇਸ਼ਤਾ ਵੀ ਦੱਸੀ ਹੋਈ ਹੈ। ਕਹਿੰਦੇ ਜਿਵੇਂ ਰਾਤੀ ਇਹਦੇ ਵਿੱਚ ਕੀ ਹੋਇਆ ਬੱਚਿਓ ਰਾਤੀ ਸ਼ਬਦ ਹੋਇਆ, ਇਹਦੇ ਵਿੱਚ ਕੀ ਹੋਇਆ ਹੌਲੀ ਹੌਲੀ ਸ਼ਬਦ ਹੋਇਆ, ਤੇ ਇਹਦੇ ਵਿੱਚ ਕੀ ਹੋਇਆ ਤੀਜਾ ਹੋਇਆ, ਤੇ ਇਹਦੇ ਵਿੱਚ ਕੀ ਹੋਇਆ ਕਿਉਂਕਿ। ਕਿਰਿਆ ਦੇ ਵਾਪਰਨ ਦਾ ਕਹਿੰਦੇ ਇਹ ਕੀ ਹੈ ਢੰਗ ਦੱਸਦੇ ਹਨ, ਭਾਵ ਇਹਨਾਂ ਦੇ ਵਿੱਚ ਇਹ ਕਿਰਿਆ ਹੋਈ ਆ ਅਤੇ ਉਸ ਦੀ ਵਿਸ਼ੇਸ਼ਤਾ ਵੀ ਦੱਸੀ ਗਈ ਹੈ। ਉਸ ਨੂੰ ਅਸੀਂ ਕੀ ਕਹਿੰਦੇ ਹਾਂ ਕਿਰਿਆ ਵਿਸ਼ੇਸ਼ਤਾ ਕਹਿੰਦੇ ਹਾਂ। ਜਿਨ੍ਹਾਂ ਸ਼ਬਦਾਂ ਤੋਂ ਸਾਨੂੰ ਕਿਰਿਆ ਦੇ ਕੰਮ ਦਾ ਸਮਾਂ ਢੰਗ ਕਾਰਨ ਅਤੇ ਸਥਾਨ ਸੰਖਿਆ ਆਦਿ ਬਾਰੇ ਪਤਾ ਲੱਗੇ ਉਸ ਨੂੰ ਅਸੀਂ ਕਿਰਿਆ ਵਿਸ਼ੇਸ਼ਣ ਜਾਂ ਕਿਰਿਆ ਕਹਿੰਦੇ ਹਾਂ। ਜਿਵੇਂ ਹੌਲੀ, ਤੇਜ਼, ਕਿਉਂਕਿ, ਇਸ ਕਰਕੇ, ਕੱਲ, ਅੱਜ, ਪਰਸੋਂ, ਦੋਹਰਾ ਜਾਂ ਦੁੱਗਣਾ। ਕਿਰਿਆ ਵਿਸ਼ੇਸ਼ਣ ਦੀਆਂ ਅੱਗੇ 8 ਕਿਸਮਾਂ ਹੁੰਦੀਆਂ ਹਨ। ਕਾਲਵਾਚਕ ਕਿਰਿਆ ਵਿਸ਼ੇਸ਼ਣ, ਸਥਾਨਵਾਚਕ ਕਿਰਿਆ ਵਿਸ਼ੇਸ਼ਣ, ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ, ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ, ਕਾਰਨਵਾਚਕ ਕਿਰਿਆ ਵਿਸ਼ੇਸ਼ਣ, ਸੰਖਿਆਵਾਚਕ ਕਿਰਿਆ ਵਿਸ਼ੇਸ਼ਣ, ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਅਤੇ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ। ਫਸਟ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣ। ਕਾਲ ਮਤਲਬ ਕੀ ਹੈ ਜਿਹੜੇ ਸ਼ਬਦ ਕਿਰਿਆ ਦੇ ਕੰਮ ਦਾ ਸਮਾਂ ਦੱਸਣ, ਠੀਕ ਹੈ, ਉਸ ਨੂੰ ਅਸੀਂ ਕੀ ਕਹਿੰਦੇ ਹਾਂ ਕਾਲਵਾਚਕ ਕਿਰਿਆ ਵਿਸ਼ੇਸ਼ਣ। ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦਾ ਸਥਾਨ ਦਾ ਪਤਾ ਲੱਗੇ ਉਸ ਨੂੰ ਅਸੀਂ ਕਹਿੰਦੇ ਹਾਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਗਿਣਤੀ ਦਾ ਪਤਾ ਲੱਗੇ, ਠੀਕ ਹੈ, ਮਿਣਤੀ ਦਾ ਜਾਂ ਮਿਕਦਾਰ ਦਾ ਪਤਾ ਲੱਗੇ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ। ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਕਰਨ ਦਾ ਢੰਗ ਸਾਨੂੰ ਪਤਾ ਲੱਗਦਾ ਹੈ ਉਹਨੂੰ ਅਸੀਂ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ। ਜਿਵੇਂ ਕਿ ਕੰਮ ਤੇਜ਼ੀ ਨਾਲ ਹੋ ਰਿਹਾ ਹੈ, ਕੰਮ ਹੌਲੀ ਨਾਲ ਹੋ ਰਿਹਾ ਹੈ, ਠੀਕ ਹੈ, ਭਾਵ ਉਹਨਾਂ ਦੇ ਪ੍ਰਕਾਰ ਦਾ ਪਤਾ ਲੱਗਦਾ ਹੈ। ਕਾਰਨਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦਾ ਪਤਾ ਲੱਗੇ ਉਸ ਨੂੰ ਅਸੀਂ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਾਂ। ਨੈਕਸਟ ਹੈ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਗਿਣਤੀ ਦਾ ਪਤਾ ਲੱਗੇ ਉਸ ਨੂੰ ਅਸੀਂ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ। ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਪਕਿਆਈ ਬਾਰੇ ਸਾਨੂੰ ਪਤਾ ਲੱਗਦਾ ਹੈ, ਭਾਵ ਨਿਸ਼ਚੈ ਦਾ ਪਤਾ ਲੱਗਦਾ ਹੈ, ਉਸ ਨੂੰ ਅਸੀਂ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਾਂ। ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦ ਕਿਰਿਆ ਦਾ ਨਿਰਣਾ ਦੱਸਣ ਉਹ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ। ਬੱਚਿਓ ਇਹ ਸੀਗੇ ਤੁਹਾਡੇ ਦੋਨੋਂ ਟੌਪਿਕ, ਤੁਸੀਂ ਇਹਨਾਂ ਨੂੰ ਆਪਣੀ ਫੇਅਰ ਨੋਟਬੁੱਕ ਤੇ ਕਰਨਾ ਹੈ ਅਤੇ ਇਹਨਾਂ ਨੂੰ ਪੇਪਰਾਂ ਲਈ ਪ੍ਰਪੇਅਰ ਵੀ ਕਰਨਾ ਹੈ। ਥੈਂਕਸ, ਹੈਵ ਅ ਨਾਈਸ ਡੇ।